Hello, welcome you all in my channel Concept Guru AK। Concept Guru AK चैनल ਵਿੱਚ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਅੱਜ ਜਿਹੜਾ ਮੈਂ ਲੈਕਚਰ ਪੇਸ਼ ਕਰਨ ਜਾ ਰਿਹਾ ਹਾਂ ਉਹ +1 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ, ਤਾਂ ਕਿ ਉਹ ਘਰ ਬੈਠੇ ਆਪਣੇ ਘਰਾਂ ਵਿੱਚ ਹੀ ਬੈਠ ਕੇ ਇਸ ਟੌਪਿਕ ਨੂੰ ਚੰਗੀ ਤਰ੍ਹਾਂ ਸਮਝ ਸਕਣ। ਤੇ ਇਸ ਟੌਪਿਕ ਨੂੰ ਚੰਗੇ ਢੰਗ ਨਾਲ ਸਮਝਣ ਲਈ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ, ਤਾਂ ਕਿ ਤੁਹਾਨੂੰ ਕਲੀਅਰ ਕੱਟ ਸਮਝ ਲੱਗ ਜਾਏ। ਇਸ ਟੌਪਿਕ ਬਾਰੇ ਤੁਹਾਡੀ ਜਾਣਕਾਰੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਏਗੀ। ਸੋ ਜਿਹੜਾ ਟੌਪਿਕ ਅੱਜ ਆਪਾਂ ਗੱਲ ਕਰਨੀ ਹੈ, ਟੌਪਿਕ ਦਾ ਨਾਮ ਹੈ ਨਾਗਰਿਕ ਤੇ ਨਾਗਰਿਕਤਾ, ਸਿਟੀਜ਼ਨ ਐਂਡ ਸਿਟੀਜ਼ਨਸ਼ਿਪ, ਨਾਗਰਿਕ ਅਤੇ ਨਾਗਰਿਕਤਾ। ਅੱਜ ਆਪਾਂ ਗੱਲ ਕਰਾਂਗੇ ਇਹਦੇ ਅਰਥ ਦੀ, ਕੀ ਇਹਦਾ ਅਰਥ ਹੈ, ਇਹਦੀਆਂ ਪਰਿਭਾਸ਼ਾਵਾਂ ਦੀ। ਕਿਹੜੀਆਂ ਪਰਿਭਾਸ਼ਾਵਾਂ ਨੇ, ਕਿਹੜੀਆਂ ਪਰਿਭਾਸ਼ਾਵਾਂ ਪ੍ਰਸਿੱਧ ਵਿਦਵਾਨਾਂ ਦੀਆਂ ਇਹਦੇ ਨਾਲ ਸੰਬੰਧਿਤ ਨੇ। ਨਾਗਰਿਕਤਾ ਦੀਆਂ ਵਿਸ਼ੇਸ਼ਤਾਵਾਂ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਨਾਗਰਿਕਤਾ ਪ੍ਰਾਪਤ ਕਰਨ ਦੇ ਢੰਗ, ਪ੍ਰਾਪਤ ਕਰਨ ਦੇ ਢੰਗ, ਤੇ ਨਾਲ ਹੀ ਗੱਲ ਕਰਾਂਗੇ ਨਾਗਰਿਕਤਾ ਖੁੱਸਣ ਦੇ ਢੰਗ। ਕਿਹੜੇ ਢੰਗ ਨਾਲ ਨਾਗਰਿਕਤਾ ਕਿਸੇ ਦੀ ਖਤਮ ਹੋ ਜਾਂਦੀ ਹੈ, ਖੁੱਸ ਜਾਂਦੀ ਹੈ, ਵਿਦਰਵੇ ਹੋ ਜਾਂਦੀ ਹੈ, ਖੁੱਸਣ ਦੇ ਢੰਗ। ਸੋ ਇਹਨਾਂ ਟੌਪਿਕਸ ਤੇ ਅੱਜ ਆਪਾਂ ਗੱਲ ਕਰਾਂਗੇ। ਪਿਆਰੇ ਵਿਦਿਆਰਥੀਓ, ਤੁਸੀਂ ਜਾਣਦੇ ਹੋ ਕਿ ਮਨੁੱਖ ਇੱਕ ਸਮਾਜਿਕ ਜੀਵ ਹੈ। ਅਰਸਤੂ ਦੇ ਅਨੁਸਾਰ ਮੈਨ ਇਜ਼ ਏ ਸੋਸ਼ਲ ਐਨੀਮਲ। ਸੋ ਸਮਾਜ 'ਚ ਰਹਿੰਦਾ ਵਾ, ਇਸੇ ਤਰ੍ਹਾਂ ਹੀ ਸਮਾਜ 'ਚ ਰਹਿ ਕੇ ਉਹ ਆਪਣੇ ਜੀਵਨ ਨੂੰ ਵਧੀਆ ਢੰਗ ਨਾਲ ਬਸਰ ਕਰ ਸਕਦਾ। ਸੋ ਪੁਰਾਣੇ ਯੂਨਾਨ ਦੇ ਸਮੇਂ ਵਿੱਚ, ਕਿਉਂਕਿ ਜਿੱਥੋਂ ਰਾਜਨੀਤੀ ਸ਼ਾਸਤਰ ਦਾ ਆਰੰਭ ਹੋਇਆ ਉਹ ਯੂਨਾਨ ਸੀਗਾ, ਉਸ ਸਮੇਂ ਵਿੱਚ ਛੋਟੇ ਛੋਟੇ ਨਗਰ ਸਨ ਤੇ ਉਹਨੂੰ ਨਗਰ ਰਾਜ ਕਿਹਾ ਜਾਂਦਾ ਸੀ। ਉੱਥੋਂ ਦੇ ਲੋਕਾਂ ਨੂੰ ਪਹਿਲੇ ਸਭ ਤੋਂ ਨਾਗਰਿਕ ਕਿਹਾ ਗਿਆ। ਸੋ ਉਸ ਤੋਂ ਬਾਅਦ ਜਿਹੜੇ ਲੋਕ ਸਮਾਜ 'ਚ ਇੱਕ ਦੂਜੇ ਨਾਲ ਰਹਿਣ ਲੱਗ ਪਏ, ਉਹਨਾਂ ਨੂੰ ਨਾਗਰਿਕ ਕਿਹਾ ਗਿਆ। ਤੇ ਆਓ ਇਹਦਾ ਅਰਥ ਜਾਣੀਏ। ਸਭ ਤੋਂ ਪਹਿਲੀ ਗੱਲ ਇਹ, ਨਾਗਰਿਕ ਦਾ ਅਰਥ ਹੈ, ਨਾਗਰਿਕ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਸਿਟੀਜ਼ਨ ਤੋਂ ਲਿਆ ਗਿਆ ਹੈ, ਜਿਹਦਾ ਪੰਜਾਬੀ ਰੂਪਾਂਤਰ ਹੈਗਾ ਨਾਗਰਿਕ, ਸਿਟੀਜ਼ਨ। ਕੌਣ ਹੁੰਦਾ ਸਿਟੀਜ਼ਨ? ਨਾਗਰਿਕ ਕੌਣ ਹੈ? ਉਹ ਵਿਅਕਤੀ ਜਿਹੜਾ ਕਿਸੇ ਰਾਜ ਵਿੱਚ ਰਹਿੰਦਾ ਹੈ, ਉਹਦੇ ਅਧਿਕਾਰ ਮਾਣਦਾ ਹੈ ਤੇ ਕਰਤੱਵਾਂ ਦੀ ਪਾਲਣਾ ਕਰਦਾ। ਭਾਵ ਰਾਜ ਉਹਨੂੰ ਕੁਝ ਦਿੰਦਾ ਵੀ ਹੈ ਤੇ ਉਹਦੇ ਕੋਲ ਕੁਝ ਲੈਂਦਾ ਵੀ ਹੈ। ਅਧਿਕਾਰ ਉਹਨੂੰ ਦਿੰਦਾ ਤੇ ਕਰਤੱਵਾਂ ਦੀ ਉਹ ਵਿਅਕਤੀ ਫਿਰ ਪਾਲਣਾ ਕਰਦਾ। ਉਹਨੂੰ ਆਪਾਂ ਨਾਗਰਿਕ ਕਹਿੰਦੇ ਆ। ਇਹ ਇੱਕ ਸਿੰਪਲ ਸਧਾਰਨ ਸਮਝਣ ਵਾਲੀ ਗੱਲ ਹੈ। ਇਹ ਵੀ ਯਾਦ ਰੱਖਣਾ ਬੱਚਿਓ ਵੀ ਰਾਜ ਕੀ ਹੈ। ਰਾਜ ਅਸੀਂ ਇੱਥੇ ਦੇਸ਼ ਲਈ ਵਰਤਦੇ ਹਾਂ ਸ਼ਬਦ। ਜਿਵੇਂ ਪੰਜਾਬ ਰਾਜ ਹੈ, ਹਰਿਆਣਾ ਰਾਜ ਹੈ, ਤੁਹਾਨੂੰ ਪਤਾ ਸਾਰੇ ਪੰਜਾਬ ਭਾਰਤ ਦੇ 28 ਰਾਜ ਨੇ। ਪਰ ਪੋਲੀਟੀਕਲ ਸਾਇੰਸ ਵਿੱਚ ਰਾਜ ਉਹਨੂੰ ਕਹਿੰਦੇ ਆ ਜਿਹਦੇ 'ਚ ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ ਤੇ ਪ੍ਰਭੂਸੱਤਾ ਹੋਏ। ਸੋ ਇਹ ਟੌਪਿਕ ਤੇ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ। ਪਰ ਸਿਰਫ ਇੰਨੀ ਗੱਲ ਸਮਝਣ ਵਾਲੀ ਹੈ, ਭਾਰਤ ਰਾਜ ਹੈ, ਪਾਕਿਸਤਾਨ ਰਾਜ ਹੈ, USA ਰਾਜ ਹੈ, UK ਰਾਜ ਹੈ, ਇਸ ਤਰ੍ਹਾਂ ਸੰਸਾਰ ਦੇ ਜਿਹੜੇ ਦੇਸ਼ ਨੇ ਸਾਰੇ ਉਹ ਰਾਜ ਨੇ। ਪਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਇਹ ਸਾਰੇ ਪ੍ਰਾਂਤ ਨੇ ਪੋਲੀਟੀਕਲ ਸਾਇੰਸ ਦੀ ਭਾਸ਼ਾ 'ਚ। ਠੀਕ ਹੈ। ਸੋ ਰਾਜ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਨਾਲ ਹੀ ਆਪਾਂ ਗੱਲ ਕਰ ਰਹੇ ਹਾਂ ਨਾਗਰਿਕ ਦੀ। ਸੋ ਨਾਗਰਿਕ ਉਸ ਵਿਅਕਤੀ ਨੂੰ ਕਿਹਾ ਜਾਂਦਾ ਜਿਹੜਾ ਕਿਸੇ ਰਾਜ ਵਿੱਚ ਰਹਿੰਦਿਆਂ ਹੋਇਆਂ ਅਧਿਕਾਰ ਮਾਣਦਾ ਹੈ ਤੇ ਕਰਤੱਵਾਂ ਦੀ ਪਾਲਣਾ ਕਰਦਾ ਵਾ, ਉਹਨੂੰ ਆਪਾਂ ਨਾਗਰਿਕ ਕਿਹਾ ਜਾ ਸਕਦਾ, ਉਹਨੂੰ ਆਪਾਂ ਨਾਗਰਿਕ ਕਹਿੰਦੇ ਹਾਂ। ਸੋ ਇਹਦੀਆਂ ਪਰਿਭਾਸ਼ਾਵਾਂ ਡਿਸਕਸ ਕਰਾਂਗੇ। ਪਿਆਰੇ ਵਿਦਿਆਰਥੀਓ, ਪਰਿਭਾਸ਼ਾਵਾਂ ਨਾਗਰਿਕ ਦੀਆਂ ਨੇ। ਸਭ ਤੋਂ ਪਹਿਲੇ ਅਰਸਤੂ, ਜਿਹੜਾ ਰਾਜਨੀਤੀ ਸ਼ਾਸਤਰ ਦਾ ਜਿਹੜਾ ਪਿਤਾਮਾ ਵੀ ਹੈ, ਉਹਦੇ ਅਨੁਸਾਰ ਨਾਗਰਿਕ ਉਹ ਵਿਅਕਤੀ ਹੈ ਜਿਸ ਨੂੰ ਰਾਜ ਦੇ ਪ੍ਰਬੰਧ ਜਾਂ ਨਿਆਂ ਪ੍ਰਸ਼ਾਸਨ ਵਿੱਚ ਭਾਗ ਲੈਣ ਦਾ ਅਧਿਕਾਰ ਹੋਵੇ। ਦੂਜੀ ਡੈਫੀਨੇਸ਼ਨ ਪ੍ਰੋਫੈਸਰ ਲਾਸਕੀ ਦੀ ਹੈ। ਬਹੁਤ ਵਿਦਵਾਨ ਪ੍ਰੋਫੈਸਰ ਨੇ, ਬਹੁਤ ਸਾਰੀਆਂ ਬੁੱਕਸ ਨੇ ਉਹਨਾਂ ਦੀਆਂ, ਪ੍ਰੋਫੈਸਰ ਲਾਸਕੀ ਦੀਆਂ, ਰਾਜਨੀਤੀ ਸ਼ਾਸਤਰ ਦੇ ਵਿਦਵਾਨ ਨੇ। ਉਹਨਾਂ ਅਨੁਸਾਰ ਨਾਗਰਿਕ ਉਹ ਵਿਅਕਤੀ ਹੈ ਜੋ ਸੰਗਠਿਤ ਸਮਾਜ ਦਾ ਮੈਂਬਰ ਹੀ ਨਹੀਂ, ਸਗੋਂ ਆਦੇਸ਼ਾਂ ਨੂੰ ਪ੍ਰਾਪਤ ਕਰਨ ਵਾਲਾ ਤੇ ਕਰਤੱਵਾਂ ਦਾ ਪਾਲਣ ਕਰਨ ਵਾਲਾ ਬੁੱਧੀਮਾਨ ਵਿਅਕਤੀ ਹੈ। ਸੋ ਅਸੀਂ ਇਹ ਸਮਝੇ ਹਾਂ, ਫਿਰ ਡੈਫੀਨੇਸ਼ਨ 'ਚ ਹੋਰ ਵੀ ਨੇ, ਪਰ ਅਸੀਂ ਸਿਰਫ ਅੱਜ ਦੋ ਹੀ ਡਿਸਕਸ ਕਰ ਰਹੇ ਹਾਂ। ਵੀ ਰਾਜਨੀਤੀ ਸ਼ਾਸਤਰ ਵਿੱਚ ਨਾਗਰਿਕ ਉਹ ਵਿਅਕਤੀ ਹੈ ਜਿਹੜਾ ਅਧਿਕਾਰਾਂ ਨੂੰ ਮਾਣਦਾ ਤੇ ਕਰਤੱਵਾਂ ਦੀ ਪਾਲਣਾ ਕਰਦਾ। ਸੋ ਅਰਥ ਤੇ ਪਰਿਭਾਸ਼ਾਵਾਂ ਤੋਂ ਜਿਹੜੀਆਂ ਵਿਸ਼ੇਸ਼ਤਾਵਾਂ ਸਾਡੇ ਸਾਹਮਣੇ ਨਿਕਲ ਕੇ ਆਈਆਂ ਨੇ, ਉਹ ਇਹ ਬਣਦੀਆਂ ਨੇ ਕਿਸੇ ਨਾਗਰਿਕ ਦੀਆਂ। ਰਾਜ ਦੀ ਮੈਂਬਰਸ਼ਿਪ,
ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਰਾਜ ਦਾ ਮੈਂਬਰ ਹੋਣਾ ਜ਼ਰੂਰੀ ਹੈ। ਤੁਸੀਂ ਜਿਸ ਵੀ ਦੇਸ਼ 'ਚ ਜਨਮ ਲਓਗੇ ਨਾਗਰਿਕ ਬਣ ਜਾਓਗੇ, ਸੋ ਇਸ ਕਰਕੇ ਮੈਂਬਰਸ਼ਿਪ ਜ਼ਰੂਰੀ ਹੁੰਦੀ ਹੈ। ਦੂਜਾ, ਰਾਜ ਪ੍ਰਤੀ ਵਫਾਦਾਰੀ। ਜਿਸ ਰਾਜ ਦੇ ਤੁਸੀਂ ਨਾਗਰਿਕ ਹੋ ਤੁਹਾਨੂੰ ਉਸ ਪ੍ਰਤੀ ਹਮੇਸ਼ਾ ਵਫਾਦਾਰ ਰਹਿਣਾ ਪਏਗਾ, ਰਹਿਣਾ ਪੈਂਦਾ ਵਾ। ਤੀਜਾ, ਅਧਿਕਾਰਾਂ ਨੂੰ ਮੰਨਣਾ। ਤੁਸੀਂ ਜਿਸ ਵੀ ਰਾਜ 'ਚ ਰਹਿ ਰਹੇ ਹੋ ਉਹਦੇ ਦੁਆਰਾ, ਰਾਜ ਦੁਆਰਾ ਨਾਗਰਿਕਾਂ ਨੂੰ ਦਿੱਤੇ ਗਏ ਅਧਿਕਾਰ ਤੁਸੀਂ ਆਟੋਮੈਟਿਕਲੀ ਮੰਨਣਾ ਸ਼ੁਰੂ ਕਰ ਦਿੰਦੇ ਹੋ। ਜਿਵੇਂ ਭਾਰਤ ਵਿੱਚ ਅਧਿਕਾਰਾਂ ਨੂੰ 6 ਮੌਲਿਕ ਅਧਿਕਾਰ ਦਿੱਤੇ ਗਏ ਨੇ ਨਾਗਰਿਕਾਂ ਨੂੰ, ਇਸੇ ਤਰ੍ਹਾਂ ਸਾਰੇ ਵੱਖ-ਵੱਖ ਦੇਸ਼ਾਂ 'ਚ ਮੌਲਿਕ ਅਧਿਕਾਰ ਜਾਂ ਅਧਿਕਾਰ ਦਿੱਤੇ ਗਏ ਨੇ। ਨੈਕਸਟ ਹੈਗਾ ਕਰਤੱਵਾਂ ਦੀ ਪਾਲਣਾ। ਨਾਗਰਿਕ ਜਿਹੜੇ ਨੇ ਜੇ ਉਹ ਅਧਿਕਾਰ ਮਾਣਦੇ ਨੇ ਤੇ ਕਰਤੱਵਾਂ ਦਾ ਪਾਲਣ ਵੀ ਕਰਦੇ ਨੇ। ਜਿਵੇਂ ਭਾਰਤ ਦੇ ਨਾਗਰਿਕਾਂ ਨੂੰ 11 ਕਰਤੱਵ ਦਿੱਤੇ ਗਏ ਨੇ, ਉਹਨਾਂ ਨੂੰ ਪਾਲਣਾ ਕਰਨ ਵਾਸਤੇ 11 ਕਰਤੱਵਾਂ ਦੀ ਗੱਲ ਕੀਤੀ ਗਈ ਹੈ। ਨੈਕਸਟ ਹੈਗਾ ਸਹਿਭਾਗਤਾ। ਜਿਹੜੇ ਨਾਗਰਿਕ ਨੇ ਉਹ ਸਕਿਰਿਆ ਰੂਪ ਵਿੱਚ, ਐਕਟਿਵ ਰੂਪ ਵਿੱਚ ਰਾਜ ਦੀਆਂ ਐਕਟੀਵਿਟੀ ਵਿੱਚ ਭਾਗ ਲੈਂਦੇ ਨੇ ਤੇ ਸਹਿਭਾਗਤਾ ਕਰਦੇ ਨੇ, ਭਾਵੇਂ VOTING ਕਰਨੀ ਹੋਏ ਜਾਂ ਕਿਸੇ ਪ੍ਰੋਗਰਾਮ 'ਚ ਰਾਜ ਪੱਧਰੀ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣਾ ਹੋਏ, ਇਹ ਸਹਿਭਾਗਤਾ ਹੀ ਹੈ। ਤੇ ਲਾਸਟਲੀ ਸਰਵ ਵਿਆਪਕਤਾ। ਹਰੇਕ ਵਿਅਕਤੀ ਕਿਸੇ ਨਾ ਕਿਸੇ ਰਾਜ ਦਾ ਨਾਗਰਿਕ ਹੁੰਦਾ, ਭਾਵੇਂ ਉਹ ਅਮੀਰ ਹੈ, ਗਰੀਬ ਹੈ, ਬੱਚਾ ਹੈ, ਜਵਾਨ ਹੈ। ਹਰੇਕ ਵਿਅਕਤੀ ਜਿਹੜਾ ਉਸ ਰਾਜ 'ਚ ਰਹਿੰਦਾ ਵਾ ਤੇ ਉਥੋਂ ਦਾ ਨਾਗਰਿਕ ਹੈ ਤੇ ਉਹ ਸਰਵ ਵਿਆਪਕਤਾ ਭਾਵ ਇਹਦੇ ਨਾਲ ਨਾਗਰਿਕਤਾ ਪ੍ਰਾਪਤ ਕਰਨ ਸਮੇਂ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ। ਨਾਗਰਿਕਤਾ ਪ੍ਰਾਪਤ ਕਰਨ ਦੇ ਅਲੱਗ-ਅਲੱਗ ਢੰਗ ਹੋ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਸਧਾਰਨ ਦੁਬਾਰਾ ਇੱਕ ਵਾਰੀ ਸਮਝ ਲਈਏ। ਆਪਾਂ ਸਮਝਿਆ ਪਹਿਲੇ ਨਾਗਰਿਕ ਕੀ ਹੈ? ਉਹ ਵਿਅਕਤੀ ਜਿਹੜਾ ਅਧਿਕਾਰ ਮਾਣਦਾ ਤੇ ਕਰਤੱਵ ਦੀ ਪਾਲਣਾ ਕਰਦਾ। ਨਾਗਰਿਕਤਾ ਕੀ ਹੈ? ਜਿਹਨੂੰ ਇਹ ਚੀਜ਼ ਮਿਲ ਜਾਂਦੀ ਹੈ ਉਹਨੂੰ ਕੀ ਮਿਲ ਗਈ? ਨਾਗਰਿਕਤਾ, ਸਿਟੀਜ਼ਨਸ਼ਿਪ। ਅੱਜ ਬਹੁਤ ਸਾਰੇ ਲੋਕ ਗੱਲ ਕਰਦੇ ਨੇ ਕਿ ਸਾਨੂੰ ਸਿਟੀਜ਼ਨਸ਼ਿਪ ਪ੍ਰਾਪਤ ਹੋ ਗਈ ਹੈ ਕਿਸੇ ਵੀ ਦੇਸ਼ ਦੀ, ਕਿਉਂਕਿ ਭਾਰਤ ਦੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣ ਦਾ ਬੜਾ ਸ਼ੌਕ ਹੈ, ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ। ਸੋ ਸਭ ਤੋਂ ਜ਼ਰੂਰੀ ਇਹ ਪ੍ਰਾਪਤ ਕਰਨਾ ਚਾਹੁੰਦੇ ਨੇ, ਇਹ ਜਨਤਾ ਜਿਹੜੀ ਹੈ ਜ਼ਿਆਦਾ ਪ੍ਰਾਪਤ ਕਰਨਾ ਚਾਹੁੰਦੀ ਹੈ ਨਾਗਰਿਕਤਾ, ਸਿਟੀਜ਼ਨਸ਼ਿਪ। ਠੀਕ ਹੈ, ਗ੍ਰੀਨ ਕਾਰਡ ਮਿਲ ਗਿਆ ਮੈਨੂੰ ਜੀ, ਪਰਮਾਨੈਂਟ ਰੈਜ਼ੀਡੈਂਸੀ ਮਿਲ ਗਈ ਹੈ, PR ਮਿਲ ਗਈ ਹੈ। ਉਹ ਸਾਰੀ ਨਾਗਰਿਕਤਾ ਦੀ ਗੱਲ ਕਰ ਰਿਹਾ ਵੀ ਸਾਨੂੰ ਉੱਥੋਂ ਦੀ ਨਾਗਰਿਕਤਾ ਮਿਲ ਗਈ ਹੈ। ਸੋ ਨਾਗਰਿਕਤਾ ਦੀਆਂ ਜਿਹੜੀਆਂ ਕਿਸਮਾਂ ਨੇ, ਕਿੰਨੀ ਕਿਸਮਾਂ ਦੀ ਨਾਗਰਿਕਤਾ ਹੁੰਦੀ ਹੈ? 2 ਤਰ੍ਹਾਂ ਦੀ ਨਾਗਰਿਕਤਾ ਹੁੰਦੀ ਹੈ। ਪਹਿਲੀ ਹੈ ਜਮਾਂਦਰੂ ਜਾਂ ਜਨਮਜਾਤ, ਇਹਨੂੰ ਆਪਾਂ ਡਿਸਕਸ ਕਰਾਂਗੇ। ਦੂਜੀ ਹੈ ਰਾਜਕ੍ਰਿਤ ਨਾਗਰਿਕਤਾ। ਜਿਹੜੀ ਜਮਾਂਦਰੂ ਜਾਂ ਜਨਮਜਾਤ ਨਾਗਰਿਕਤਾ ਵਾ ਉਹ ਕੀ ਹੁੰਦੀ ਹੈ? ਆਓ ਦੇਖੀਏ। ਜਮਾਂਦਰੂ ਨਾਗਰਿਕਤਾ ਵਿੱਚ ਜਾਂ ਰਾਜਕ੍ਰਿਤ ਜਨਮਜਾਤ ਨਾਗਰਿਕਤਾ 'ਚ ਪਹਿਲਾ ਸਿਧਾਂਤ ਹੈਗਾ ਲਹੂ ਸਿਧਾਂਤ। ਇਹ ਬਹੁਤ ਵਿਗਿਆਨਕ ਹੈ ਤੇ ਕਾਨੂੰਨੀ ਹੈ, ਐਬਸੋਲੂਟਲੀ ਰਾਈਟ ਹੈ। ਇਹਦਾ ਅਰਥ ਇਹ ਹੈ ਕਿ ਜਿਹੜੇ ਮਾਤਾ ਪਿਤਾ ਦਾ ਬੱਚਾ, ਪੇਰੈਂਟਸ ਦਾ ਜਿਹੜਾ ਬੱਚਾ ਹੋਏਗਾ ਉਹਨੂੰ ਆਪਣੇ ਪੇਰੈਂਟਸ ਦੀ ਨਾਗਰਿਕਤਾ ਪ੍ਰਾਪਤ ਹੋ ਜਾਏਗੀ। ਭਾਵ ਜੇਕਰ ਇੰਡੀਅਨ ਪੇਰੈਂਟਸ ਨੇ ਕਿਸੇ ਬੱਚੇ ਦੇ ਤੇ ਉਹ ਬੱਚੇ ਨੂੰ ਆਟੋਮੈਟਿਕਲੀ ਲਹੂ ਸਿਧਾਂਤ, ਕਿਉਂਕਿ ਉਹ ਭਾਰਤੀ ਵਿਅਕਤੀ ਦਾ ਬੱਚਾ ਹੈ, ਭਾਰਤੀ ਪੇਰੈਂਟਸ ਦਾ ਬੱਚਾ ਹੈ, ਇਸ ਕਰਕੇ ਉਹਨੂੰ ਕੁਦਰਤੀ ਤੌਰ ਤੇ ਭਾਰਤ ਦੀ ਨਾਗਰਿਕਤਾ ਮਿਲ ਜਾਏ। ਭਾਵੇਂ ਭਾਰਤ ਦਾ ਉਹ ਜੋੜਾ ਇੰਗਲੈਂਡ ਵੀ ਕਿਉਂ ਨਾ ਗਿਆ ਹੋਏ, ਉਸ ਬੱਚੇ ਦਾ ਜਨਮ ਉੱਥੇ ਜਾ ਕੇ ਕਿਉਂ ਨਾ ਹੋ ਗਿਆ ਹੋਏ। ਮੰਨ ਲਓ ਕਿ ਸੈਰ ਕਰਨ ਗਏ ਆ, 6 ਮਹੀਨੇ ਸਾਲ ਵਾਸਤੇ ਗਏ ਨੇ, ਤੇ ਉਸ ਬੱਚੇ ਨੂੰ ਕੁਦਰਤੀ ਤੌਰ ਤੇ ਜੇਕਰ ਵਿਅਕਤੀ ਭਾਰਤ ਦਾ ਨਾਗਰਿਕ ਹੈ, ਦੋਵੇਂ ਭਾਰਤ ਦੇ ਨਾਗਰਿਕ ਨੇ, ਤੇ ਬੱਚੇ ਨੂੰ ਆਟੋਮੈਟਿਕਲੀ ਭਾਰਤ ਦੀ ਨਾਗਰਿਕਤਾ ਪ੍ਰਾਪਤ ਹੋ ਜਾਏਗੀ। ਸੋ ਇਹਨੂੰ ਲਹੂ ਸਿਧਾਂਤ ਕਹਿੰਦੇ ਆ। ਲਹੂ ਸਿਧਾਂਤ ਦਾ ਸਧਾਰਨ ਜਿਹਾ ਅਰਥ ਕੀ ਹੈ? ਜਿਹੜੀ ਬੱਚੇ ਦੇ ਪੇਰੈਂਟ ਦੀ ਨਾਗਰਿਕਤਾ ਉਹੀ ਬੱਚੇ ਦੀ ਨਾਗਰਿਕਤਾ। ਜਿਹੜਾ ਦੂਜਾ ਸਿਧਾਂਤ ਹੈ ਉਸ ਸਿਧਾਂਤ ਦਾ ਨਾਮ ਹੈ ਜਨਮ ਸਥਾਨ ਸਿਧਾਂਤ। ਭਾਵ ਬੱਚੇ ਦਾ ਜਨਮ ਕਿੱਥੇ ਹੋਇਆ। ਜਿਵੇਂ ਮੈਂ ਪਹਿਲਾਂ ਡਿਸਕਸ ਕੀਤਾ ਸੀ ਕਿ ਪੇਰੈਂਟਸ ਇੰਡੀਆ ਦੇ ਨੇ, ਕੁਝ ਸਮੇਂ ਲਈ ਉਹ ਇੰਗਲੈਂਡ ਜਾਂ ਅਮਰੀਕਾ, USA ਚਲੇ ਗਏ, ਉੱਥੇ ਜਾ ਕੇ ਉਹਨਾਂ ਦੇ ਬੱਚਾ ਪੈਦਾ ਹੋ ਗਿਆ। ਉਹ ਬੱਚਾ ਆਪਣੇ ਲਹੂ ਸਿਧਾਂਤ ਕਰਕੇ ਤੇ ਉਹ ਭਾਰਤ ਦਾ ਨਾਗਰਿਕ ਹੈ, ਪਰ ਜਨਮ ਸਥਾਨ ਦੇ ਸਿਧਾਂਤ ਕਰਕੇ ਉਹ USA ਦਾ ਨਾਗਰਿਕ ਹੈ। ਕਿਉਂਕਿ ਇਹ ਜਨਰਲ ਜਿਹਾ ਸਿਧਾਂਤ ਹੈ ਕਿ ਜਿਸ ਬੱਚੇ ਦਾ ਜਿਸ ਦੇਸ਼ ਵਿੱਚ ਜਨਮ ਹੋਏ ਆਟੋਮੈਟਿਕਲੀ ਉਹਨੂੰ ਉਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਸੋ ਜਨਮ ਸਿਧਾਂਤ, ਜਨਮ ਸਥਾਨ ਦਾ ਸਿਧਾਂਤ ਦਾ ਮਤਲਬ ਕੀ ਨਿਕਲਿਆ? ਜਿੱਥੇ ਜਨਮ ਹੋਏਗਾ, ਜਿਸ ਦੇਸ਼ ਵਿੱਚ, ਜਿਸ ਰਾਜ ਵਿੱਚ ਜਨਮ ਹੋਏਗਾ, ਉਥੋਂ ਦੇ ਤੁਸੀਂ ਨਾਗਰਿਕ ਬਣ ਜਾਂਦੇ ਹੋ। ਇਹਦੇ ਤੋਂ ਇੱਕ ਤੀਜੀ ਚੀਜ਼ ਪੈਦਾ ਹੋ ਜਾਂਦੀ ਹੈ, ਦੋਵੇਂ ਸਿਧਾਂਤਾਂ ਤੋਂ, ਲਹੂ ਸਿਧਾਂਤ ਤੋਂ ਤੇ ਜਨਮ ਸਥਾਨ ਸਿਧਾਂਤ ਤੋਂ ਇੱਕ ਤੀਜੀ ਸਥਿਤੀ ਪੈਦਾ ਹੋ ਜਾਂਦੀ ਹੈ। ਜਦੋਂ
ਜੋੜਾ ਤੇ ਇੰਡੀਆ ਦਾ ਸੀ, ਨਾਗਰਿਕ ਵੀ ਇੰਡੀਆ ਦੇ ਸੀ। ਕੁਝ ਸਮੇਂ ਲਈ ਸੈਰ ਸਪਾਟੇ ਲਈ ਜਾਂ ਕਿਸੇ ਫੰਕਸ਼ਨ ਲਈ ਜਾਂ ਕਿਸੇ ਸਮੇਂ ਲਈ ਉੱਥੇ ਗਏ ਤੇ ਉੱਥੇ ਜਾ ਕੇ ਬੱਚਾ ਪੈਦਾ ਹੋ ਗਿਆ। ਬੱਚੇ ਨੂੰ ਨਾਗਰਿਕਤਾ ਭਾਰਤ ਦੀ ਮਿਲ ਚੁੱਕੀ ਹੈ ਕਿਉਂਕਿ ਉਹ ਬੱਚੇ ਦੇ ਪੇਰੈਂਟਸ ਭਾਰਤੀ ਨੇ। ਲਓ ਸਿਧਾਂਤ ਨਾਲ ਬੱਚਾ USA 'ਚ ਪੈਦਾ ਹੋਇਆ ਤੇ ਉਹਨੂੰ USA ਸਿਧਾਂਤ ਅਨੁਸਾਰ ਉਹਨੂੰ ਅਮਰੀਕਾ ਦੀ, ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਕਿਉਂਕਿ ਉਹਦਾ ਜਨਮ ਉਸ ਦੇਸ਼ ਵਿੱਚ ਹੋਇਆ। ਇਸ ਹਿਸਾਬ ਨਾਲ ਉਸ ਬੱਚੇ ਨੂੰ ਦੋਹਰੀ ਨਾਗਰਿਕਤਾ ਮਿਲ ਗਈ, ਭਾਰਤ ਵੀ ਤੇ USA ਵੀ। ਦੋ ਦੇਸ਼ਾਂ ਦਾ ਉਹ ਨਾਗਰਿਕ ਬਣ ਗਿਆ। ਉਹ ਬੱਚਾ ਨੂੰ ਦੋਹਰੀ ਨਾਗਰਿਕਤਾ, ਡੂਅਲ ਸਿਟੀਜ਼ਨਸ਼ਿਪ ਉਸ ਬੱਚੇ ਨੂੰ ਪ੍ਰਾਪਤ ਹੋ ਗਈ। ਸੋ 18 ਸਾਲ ਦੀ ਉਮਰ ਤੱਕ, ਜਦੋਂ ਤੱਕ ਕਿਸੇ ਵੀ ਦੇਸ਼ ਦਾ ਵੱਖ-ਵੱਖ ਕਈ ਕਾਨੂੰਨ ਨੇ, ਜਿਸ ਦੋਵਾਂ ਦੇਸ਼ਾਂ ਅਨੁਸਾਰ ਜਦੋਂ ਬੱਚਾ ਬਾਲਗ ਹੋ ਜਾਂਦਾ ਉਹਨੂੰ ਆਪਟ ਕਰਨਾ ਪਏਗਾ, ਚੁਣਨਾ ਪਏਗਾ ਵੀ ਮੈਂ ਕਿਸ ਦੇਸ਼ ਦੀ ਨਾਗਰਿਕਤਾ ਰੱਖਣੀ ਹੈ ਤੇ ਕਿਸ ਦੇਸ਼ ਦੀ ਨਾਗਰਿਕਤਾ ਛੱਡਣੀ ਹੈ। ਸੋ ਦੋਹਰੀ ਨਾਗਰਿਕਤਾ ਜਦੋਂ ਤੱਕ ਉਹ ਬੱਚਾ ਹੈ ਉਦੋਂ ਤੱਕ ਉਹ ਚੱਲਦੀ ਰਹੇਗੀ। ਜਦੋਂ ਹੀ ਉਹ ਬਾਲਗ ਹੋ ਜਾਏਗਾ ਤੇ ਉਹਨੂੰ ਡਿਸਾਈਡ ਕਰਨਾ ਪਏਗਾ, ਡਿਕਲੇਰੇਸ਼ਨ ਦੇਣੀ ਪਏਗੀ ਕਿ ਮੈਂ ਕਿਹੜੇ ਦੇਸ਼ ਦਾ ਨਾਗਰਿਕ ਰਹਿਣਾ ਹੈ ਜਾਂ ਨਹੀਂ ਰਹਿਣਾ। ਨਾਗਰਿਕਤਾ ਦੇ ਨਾਲ ਨਾਲ ਨਾਗਰਿਕ ਦੀਆਂ ਕਿਸਮਾਂ ਵੀ ਜਾਣਨੀਆਂ ਜ਼ਰੂਰੀ ਨੇ। ਕੀ ਨੇ ਨਾਗਰਿਕ ਦੀਆਂ ਕਿਸਮਾਂ? ਨਾਗਰਿਕ ਇੱਕ ਆਂਦਾ ਟਰਮ ਨਾਗਰਿਕ ਤੇ ਵਿਦੇਸ਼ੀ। ਨਾਗਰਿਕ ਤੇ ਆਪਾਂ ਚੰਗੀ ਤਰ੍ਹਾਂ ਸਮਝ ਲਿਆ ਨਾਗਰਿਕ ਕੀ ਹੈ, ਪਰ ਵਿਦੇਸ਼ੀ ਕੌਣ ਹੈ? ਵਿਦੇਸ਼ੀ ਵੀ ਅੱਗੋਂ 3 ਕਿਸਮਾਂ ਦੇ ਹੁੰਦੇ ਨੇ। ਪਹਿਲੀ ਕਿਸਮ ਆ ਗਈ ਹੈ ਵਿਦੇਸ਼ੀ ਨਿਵਾਸੀ ਜਾਂ ਵਿਦੇਸ਼ੀ ਨਿਵਾਸੀ ਨਾਗਰਿਕ। ਭਾਵੇਂ ਵਿਅਕਤੀ ਤੇ ਉਹ ਕਿਸੇ ਹੋਰ ਦੇਸ਼ ਦਾ ਸੀ, ਆਪਣੇ ਕੰਮ ਕਰਕੇ ਜਾਂ ਬਿਜ਼ਨਸ ਕਰਕੇ ਜਾਂ ਲੋੜਾਂ ਕਰਕੇ ਉਹ ਦੂਜੇ ਦੇਸ਼ ਚਲਾ ਗਿਆ। ਦੂਜੇ ਦੇਸ਼ ਚਲਾ ਗਿਆ ਤਾਂ ਉੱਥੇ ਜਾ ਕੇ ਉਹਨੇ ਨਾਗਰਿਕਤਾ ਪ੍ਰਾਪਤ ਕਰ ਲਈ। ਨਾਗਰਿਕਤਾ ਪ੍ਰਾਪਤ ਕਰ ਲਈ ਤੇ ਉਹ ਬਣ ਗਿਆ ਵਿਦੇਸ਼ੀ ਨਿਵਾਸੀ ਨਾਗਰਿਕ। ਨਾਗਰਿਕ ਮੰਨ ਲਓ ਭਾਰਤ ਦਾ ਸੀ, ਵਸ ਗਿਆ UK ਜਾ ਕੇ, ਇੰਗਲੈਂਡ ਜਾ ਕੇ ਵਸ ਗਿਆ। ਇੰਗਲੈਂਡ ਦੀ ਉਹਨੂੰ ਨਾਗਰਿਕਤਾ ਪ੍ਰਾਪਤ ਹੋ ਗਈ। ਹੁਣ ਉਹ ਉਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਗਈ ਹੈ। ਪਹਿਲੀ ਗੱਲ ਇਹ ਹੈ ਵੀ ਇੱਕ ਵਿਅਕਤੀ ਇੱਕ ਸਮੇਂ ਇੱਕ ਦੇਸ਼ ਦਾ ਹੀ ਨਾਗਰਿਕ ਹੋ ਸਕਦਾ, ਦੋ ਦਾ ਨਹੀਂ। ਇਹ ਨਹੀਂ ਹੈ ਵੀ ਉਹ ਉਹਦਾ ਭਾਰਤ ਦਾ ਜਨਮ ਹੈ ਤੇ ਇਹ ਨਾਗਰਿਕਤਾ ਉਹਦੇ ਕੋਲ ਰਹੇਗੀ, ਨਹੀਂ, ਇਹ ਗੈਰ ਕਾਨੂੰਨੀ ਹੈ। ਕਿਸੇ ਵਿਅਕਤੀ ਨੂੰ ਇੱਕ ਸਮੇਂ ਕੇਵਲ ਇੱਕ ਦੇਸ਼ ਦਾ ਹੀ ਨਾਗਰਿਕ ਮੰਨਿਆ ਜਾਏਗਾ। ਸੋ ਉਹ ਵਿਅਕਤੀ ਦੂਜੇ ਦੇਸ਼ ਜਾ ਕੇ ਰਹਿਣ ਲੱਗ ਪਿਆ ਤੇ ਉਹਨੂੰ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਗਈ। ਹਾਂ, ਕਿਉਂਕਿ ਉਹਦੀ ਜਨਮ ਭੂਮੀ ਭਾਰਤ ਸੀ, ਸਾਡੀ ਉਹਦੇ ਨਾਲ ਨੇੜਤਾ ਜ਼ਰੂਰ ਹੋ ਸਕਦੀ ਹੈ, ਸੰਬੰਧ ਜ਼ਰੂਰ ਹੋ ਸਕਦਾ, ਪਰ ਉਹ ਨਾਗਰਿਕ ਉਸੇ ਦੇਸ਼ ਦਾ ਰਹੇਗਾ। ਇਸੇ ਕਰਕੇ ਉਹਨਾਂ ਨੂੰ NRI ਕਹਿੰਦੇ ਆ। ਬਹੁਤ ਸਾਰੇ ਲੋਕ ਇੰਡੀਆ ਦੇ ਸੀ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਕਿੰਨੇ ਦੇਸ਼ਾਂ 'ਚ, ਯੂਰਪੀਅਨ ਕੰਟਰੀਜ਼ ਵਿੱਚ ਜਾ ਕੇ ਜਾਂ ਦੂਜੇ ਦੇਸ਼ਾਂ ਜਾ ਕੇ ਵਸਣ ਲੱਗ ਪਏ ਤੇ ਉਹਨਾਂ ਸਾਰਿਆਂ ਨੇ ਕਹਿੰਦੇ NRI, ਨਾਨ ਰੈਜ਼ੀਡੈਂਟ ਇੰਡੀਅਨ। ਉਹ ਭਾਰਤੀ ਜਿਹੜੇ ਬੇਸਿਕਲੀ ਭਾਰਤੀ ਸਨ, ਭਾਰਤੀ ਮੂਲ ਦੇ ਲੋਕ ਸਨ, ਪਰ ਦੂਜੇ ਦੇਸ਼ਾਂ 'ਚ ਜਾ ਕੇ ਰਹਿਣ ਲੱਗ ਪਏ, ਵਸਣ ਲੱਗ ਪਏ, ਉੱਥੋਂ ਦੀ ਨਾਗਰਿਕਤਾ ਉਹਨਾਂ ਪ੍ਰਾਪਤ ਕਰ ਲਈ। ਉਹਨਾਂ ਨੂੰ NRI ਕਹਿੰਦੇ ਆ। ਭਾਰਤ ਸਰਕਾਰ ਨੇ ਕਈ ਤਰ੍ਹਾਂ ਦੇ ਸੈੱਲ ਬਣਾਏ ਹੋਏ ਨੇ ਵੀ ਉਹ NRI ਨੂੰ ਕੋਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਸਾਡੇ ਦੇਸ਼ 'ਚ ਆ ਕੇ ਉਹ ਵਾਪਸ ਆ ਕੇ ਇਨਵੈਸਟਮੈਂਟ ਕਰ ਸਕਣ, ਜਾਂ ਉਹਨਾਂ ਦੇ ਕਈ ਇੰਟਰਸਟ ਇੱਥੇ ਹੈਗੇ ਨੇ, ਕਈਆਂ ਦੀਆਂ ਭਾਰਤ 'ਚ ਜ਼ਮੀਨਾਂ ਨੇ, ਫੈਕਟਰੀਜ਼ ਨੇ, ਉਹ ਅਲੱਗ ਚੀਜ਼ ਹੈ। ਪਰ ਨਾਗਰਿਕਤਾ ਨਹੀਂ। ਨਾਗਰਿਕਤਾ ਜੇਕਰ ਉਹਨੇ ਕਿਸੇ ਹੋਰ ਦੀ ਦੇਸ਼ ਪ੍ਰਾਪਤ ਕਰ ਲਈ ਹੈ, ਉੱਥੋਂ ਦਾ ਰਹੇਗਾ। ਦੂਜੀ ਗੱਲ PIO, ਕਈ ਨੇ ਪਰਸਨ ਆਫ ਇੰਡੀਅਨ ਓਰੀਜਨ। PIO ਦਾ ਅਰਥ ਹੈ ਪਰਸਨ ਆਫ ਇੰਡੀਅਨ ਓਰੀਜਨ। ਉਹ ਲੋਕ ਜੋ ਬੜੇ ਸਾਲ ਪਹਿਲਾਂ, 50 ਸਾਲ 100 ਸਾਲ ਪਹਿਲੇ ਦੂਜੇ ਦੇਸ਼ਾਂ 'ਚ ਜਾ ਕੇ ਵਸ ਗਏ, ਪਰ ਉਹ ਬੇਸਿਕਲੀ ਇਹ ਸਮਝਦੇ ਵੀ ਅਸੀਂ ਹੈ ਤੇ ਭਾਰਤੀ ਆ, ਇਸ ਕਰਕੇ ਉਹਨਾਂ ਨੂੰ ਭਾਰਤ ਦੇ ਮੂਲ ਨਿਵਾਸੀ ਕਿਹਾ ਜਾਂਦਾ ਵੀ ਇਹ ਬੇਸਿਕ ਤੌਰ ਤੇ ਭਾਰਤ ਦੇ ਨਾਗਰਿਕ ਨੇ, ਦੂਜੇ ਦੇਸ਼ਾਂ 'ਚ ਆ ਗਏ ਨੇ। ਸੋ ਸਾਡੇ ਲਈ ਉਹ ਵਿਦੇਸ਼ੀ ਵੀ ਨੇ, ਭਾਵੇਂ ਨਾਗਰਿਕ ਨੇ, ਪਰ ਉਹ ਸਾਡੇ ਲਈ, ਕਿਉਂਕਿ ਸਾਡੇ ਦੇਸ਼ ਦੇ ਨਾਗਰਿਕ ਨਹੀਂ। ਉਹਨਾਂ ਦੇਸ਼ਾਂ ਦੇ ਨਾਗਰਿਕ ਹੁਣ ਪੱਕੇ ਬਣ ਗਏ ਨੇ, ਇਸ ਕਰਕੇ ਉਹ ਆਪਣੇ ਦੇਸ਼ ਨੂੰ ਨਾਗਰਿਕ ਕਹਿ ਸਕਦੇ ਆ। ਦੂਜਾ ਆ ਗਿਆ ਅਸਥਾਈ ਵਿਦੇਸ਼ੀ। ਅਸਥਾਈ ਮਤਲਬ ਟੈਂਪਰੇਰੀ ਵਿਦੇਸ਼ੀ ਉਹ ਵਿਅਕਤੀ ਹੈ ਜਿਹੜਾ ਕਿਸੇ ਬਾਹਰਲੇ ਦੇਸ਼ ਤੋਂ ਆਇਆ, ਇੰਡੀਆ 'ਚ ਸੈਰ ਕਰਨ। ਬਹੁਤ ਸਾਰੀਆਂ ਧਾਰਮਿਕ ਜਗ੍ਹਾ ਨੇ ਇੰਡੀਆ 'ਚ, ਬੜੀਆਂ ਖੂਬਸੂਰਤ ਨਜ਼ਾਰੇ ਆ, ਪਹਾੜ, ਹਿਲਸ ਨੇ, ਹਿਲ ਸਟੇਸ਼ਨ ਨੇ, ਜਾਂ ਕੋਈ ਬਹੁਤ ਜ਼ਿਆਦਾ ਟੂਰਿਸਟ ਇੰਡੀਆ 'ਚ ਤੁਰੇ ਰਹਿੰਦੇ ਨੇ, ਜਾਂ ਕਈ ਬਿਜ਼ਨਸ ਮੀਟਿੰਗਸ ਹੁੰਦੀਆਂ ਨੇ, ਜਾਂ ਕਿਸੇ ਆਪਣੇ ਸੈਮੀਨਾਰ ਜਾਂ ਕੰਮ ਦੇ ਸੰਬੰਧ 'ਚ ਕਈ ਤਰ੍ਹਾਂ ਦੇ ਲੋਕ ਇੱਧਰ ਉੱਧਰ, ਸਾਡੇ ਦੇਸ਼ ਦੇ ਲੋਕ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਤੇ ਬਾਹਰਲੇ ਦੇਸ਼ ਦੇ ਲੋਕ ਇੰਡੀਆ 'ਚ ਆਉਂਦੇ ਨੇ ਹਫ਼ਤਾ, 10 ਦਿਨ, 15 ਦਿਨ, ਮਹੀਨਾ, 2 ਮਹੀਨੇ, 6 ਮਹੀਨੇ ਲਈ। ਉਹਨਾਂ ਨੂੰ ਇੱਕ ਟੂਰਿਸਟ ਵੀਜ਼ਾ ਮਿਲਦਾ ਵਾ, ਇਸ ਕਰਕੇ ਉਹਨਾਂ ਨੂੰ ਅਸਥਾਈ ਵਿਦੇਸ਼ੀ ਮੰਨਿਆ ਜਾਂਦਾ। ਉਹਨਾਂ ਨੂੰ ਨਾਗਰਿਕ ਵਾਲੇ
अधिकार सारे नहीं मिलते, कुछ अधिकार उन्होंने तां भी मिलते हैं भावें वो विदेशी होण, ठीक है, पर सारे अधिकार नहीं मिलते। पर करतव्य उन्होंने भी पालना, कुछ ना कुछ करतव्यां की कुछ पालना करनी पैंदी है। ਤੇ ਅਸਥਾਈ ਵਿਦੇਸ਼ੀ, ਸੋ ਆਪਾਂ ਸਮਝ ਗਏ ਆ ਵੀ ਅਸਥਾਈ ਵਿਦੇਸ਼ੀ ਉਹ ਲੋਕ ਨੇ ਜਿਹੜੇ ਕੁਝ ਸਮੇਂ ਲਈ ਕਿਸੇ ਦੂਜੇ ਦੇਸ਼ ਵਿੱਚ ਜਾਂਦੇ ਆ ਤੇ ਫਿਰ ਆਪਣੇ ਦੇਸ਼ 'ਚ ਵਾਪਸ ਚਲੇ ਜਾਂਦੇ ਨੇ, ਉਹਨਾਂ ਨੂੰ ਅਸਥਾਈ ਵਿਦੇਸ਼ੀ ਜਾਂ ਟੈਂਪਰੇਰੀ ਫੋਰਨਰ ਕਿਹਾ ਜਾ ਸਕਦਾ। ਵਿਦੇਸ਼ੀਆਂ ਦੀ ਤੀਜੀ ਕੈਟਾਗਰੀ ਹੈਗੀ ਆ ਰਾਜਦੂਤ। ਰਾਜਦੂਤ ਜਿਹਨੂੰ ਅੰਗਰੇਜ਼ੀ 'ਚ ਐਂਬੈਸਡਰ ਕਹਿੰਦੇ ਆ ਜਾਂ ਹਾਈ ਕਮਿਸ਼ਨਰ। ਇੱਥੇ ਮੈਂ ਥੋੜਾ ਜਿਹਾ ਇੱਕ ਭੇਦ ਦੱਸਣਾ ਚਾਹੁੰਦਾ ਪਿਆਰੇ ਵਿਦਿਆਰਥੀਓ। ਰਾਜਦੂਤ ਨੂੰ ਐਂਬੈਸਡਰ ਕਹਿੰਦੇ ਆ ਤੇ ਕਈ ਵਾਰੀ ਕਹਿੰਦੇ ਆ ਹਾਈ ਕਮਿਸ਼ਨਰ। ਜੇਕਰ ਜਿਹੜੇ ਦੇਸ਼ ਇੰਗਲੈਂਡ ਦੇ ਗੁਲਾਮ ਰਹੇ ਜਾਂ ਇੰਗਲੈਂਡ ਦੀ ਬਸਤੀ ਬਣ ਕੇ ਰਹੇ, ਇੰਗਲੈਂਡ ਅੱਜ ਵੀ ਉਹਨਾਂ ਦੇਸ਼ਾਂ ਦੇ ਰਾਜਦੂਤਾਂ ਨੂੰ ਹਾਈ ਕਮਿਸ਼ਨਰ ਕਹਿੰਦਾ। ਜੇਕਰ ਭਾਰਤ ਦਾ ਕੋਈ ਰਾਜਦੂਤ ਪਾਕਿਸਤਾਨ ਜਾਏਗਾ ਤੇ ਉਹਨੂੰ ਹਾਈ ਕਮਿਸ਼ਨਰ ਕਿਹਾ ਜਾਏਗਾ, ਐਂਬੈਸਡਰ ਨਹੀਂ। ਪਰ ਜੇਕਰ ਭਾਰਤ ਦਾ ਕੋਈ ਰਾਜਦੂਤ ਕਿਸੇ ਹੋਰ ਦੇਸ਼ ਚਲ ਜਾਏਗਾ ਜਿੱਥੇ ਅੰਗਰੇਜ਼ਾਂ ਦਾ ਰਾਜ ਨਹੀਂ ਸੀ, ਇੰਗਲੈਂਡ ਦਾ ਕਿਸੇ ਸਮੇਂ 'ਚ ਰਾਜ ਨਹੀਂ ਰਿਹਾ, ਤੇ ਫਿਰ ਉਹਨੂੰ ਰਾਜਦੂਤ ਹੀ ਕਿਹਾ ਜਾਏਗਾ, ਐਂਬੈਸਡਰ ਕਿਹਾ ਜਾਏਗਾ, ਹਾਈ ਕਮਿਸ਼ਨਰ ਨਹੀਂ। ਸੋ ਕਾਮਨਵੈਲਥ ਇੱਕ ਸੰਸਥਾ ਹੈ ਇੰਗਲੈਂਡ ਦੇ ਪਹਿਲਾਂ ਅਧੀਨ ਰਹੇ ਦੇਸ਼ਾਂ ਦੀ। ਜਿਹੜੇ ਦੇਸ਼ ਉਹਦੇ ਨਾਗਰਿਕ ਨੇ, ਉਹਦੇ ਮੈਂਬਰ ਨੇ, ਉਹਨਾਂ ਦੇਸ਼ਾਂ ਦੇ ਰਾਜਦੂਤ ਇੱਕ ਦੂਜੇ 'ਚ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਵੈ ਹਾਈ ਕਮਿਸ਼ਨਰ। ਜਿਵੇਂ ਭਾਰਤ ਦਾ ਪਾਕਿਸਤਾਨ 'ਚ ਤੇ ਪਾਕਿਸਤਾਨ ਦਾ ਭਾਰਤ 'ਚ, ਇਹਨਾਂ ਨੂੰ ਕਹਿੰਦੇ ਆ ਹਾਈ ਕਮਿਸ਼ਨਰ। ਤੇ ਜਿਹੜੇ ਦੂਜੇ ਦੇਸ਼ ਨੇ, ਜਿਵੇਂ ਭਾਰਤ ਦਾ ਕੋਈ ਨਾਗਰਿਕ ਕੋਈ ਰਾਜਦੂਤ ਨਾਰਵੇ ਚਲ ਗਿਆ, ਸਵਿਟਜ਼ਰਲੈਂਡ ਚਲ ਗਿਆ, ਤੇ ਉਹਨਾਂ ਨੂੰ ਕੀ ਕਿਹਾ ਜਾਏਗਾ? ਉਹਨਾਂ ਨੂੰ ਰਾਜਦੂਤ ਕਿਹਾ ਜਾਏਗਾ, ਐਂਬੈਸਡਰ ਕਿਹਾ ਜਾਏਗਾ। ਸੋ ਇਹ ਕੌਣ ਲੋਕ ਨੇ? ਇੱਕ ਤੇ ਮੈਂ ਤੁਹਾਨੂੰ ਦੱਸਿਆ ਵੀ ਰਾਜਦੂਤ ਦਾ ਅਰਥ ਕੀ ਹੈ। ਦੂਜਾ ਇਹ ਹੈ ਰਾਜਦੂਤ ਉਹ ਵਿਅਕਤੀ ਨੇ, ਕੁਝ ਇੱਕ ਆਫੀਸਰਸ ਨੇ ਇੰਡੀਆ 'ਚ, ਇੰਡੀਅਨ ਫੋਰਨ ਸਰਵਿਸ IFS ਦਾ ਟੈਸਟ ਹੁੰਦਾ ਜਿਹਦੇ ਲਈ ਉਹ ਸਿਲੈਕਟ ਹੁੰਦੇ ਨੇ ਲੋਕ। ਉਹ ਆਫੀਸਰਸ ਨੇ ਜਾਂ ਉਹਨਾਂ ਦੇ ਨਾਲ ਕਰਮਚਾਰੀ ਨੇ, ਅਧਿਕਾਰੀ ਨੇ, ਜਿਹੜੇ ਹਰੇਕ ਦੇਸ਼ ਦੇ ਆਫੀਸਰ 'ਚ ਦੂਜੇ ਦੇਸ਼ ਵਿੱਚ ਆਫਿਸ ਬਣਾ ਕੇ ਬੈਠਦੇ ਨੇ। ਉਹਨੂੰ ਅੰਬੈਸੀ ਕਿਹਾ ਜਾਂਦਾ। ਆਮ ਬੋਲ ਚਾਲ ਦੀ ਭਾਸ਼ਾ 'ਚ ਤੁਸੀਂ ਅੰਬੈਸੀ ਸ਼ਬਦ ਬਹੁਤ ਮਸ਼ਹੂਰ ਹੈ, ਖਾਸ ਤੌਰ ਤੇ ਪੰਜਾਬ 'ਚ ਤੇ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਕਿ ਅੰਬੈਸੀ ਹੋ ਗਿਆ। ਭਾਵ ਤੁਸੀਂ ਜੇਕਰ ਕੈਨੇਡਾ ਜਾਣਾ ਤੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਲੈਣਾ, ਪਰਮਿਸ਼ਨ ਲੈਣੀ ਹੈ, ਤੇ ਤੁਹਾਨੂੰ ਕੈਨੇਡਾ ਜਾ ਕੇ ਪਰਮਿਸ਼ਨ ਨਹੀਂ ਮਿਲਣੀ। ਉਹਨਾਂ ਦਾ ਇੱਕ ਦਫ਼ਤਰ ਇੰਡੀਆ 'ਚ ਹੀ ਬਣਿਆ ਹੋਇਆ, ਉਹਨੂੰ ਆਪਾਂ ਐਂਬੈਸੀ ਕਹਿੰਦੇ ਆ। ਉੱਥੇ ਜਿਹੜਾ ਸਭ ਤੋਂ ਵੱਡਾ ਆਫਿਸਰ ਹੈ ਉਹਨੂੰ ਰਾਜਦੂਤ ਕਿਹਾ ਜਾਂਦਾ ਜਾਂ ਹਾਈ ਕਮਿਸ਼ਨਰ ਕਿਹਾ ਜਾਂਦਾ, ਠੀਕ ਹੈ। ਐਂਬੈਸਡਰ ਜਾਂ ਵੈਸੇ ਉਹ ਵੀ ਹਾਈ ਕਮਿਸ਼ਨਰ ਹੀ ਹੈ। ਸੋ ਐਂਬੈਸੀ ਉਹਨੂੰ ਕਿਹਾ ਜਾਂਦਾ। ਭਾਵ ਪਰਮਿਸ਼ਨ ਜਿਹੜੀ ਹੈ, ਵੀਜ਼ਾ ਜਿਹੜਾ ਤੁਹਾਨੂੰ ਆਪਣੇ ਦੇਸ਼ ਵਿੱਚੋਂ ਹੀ ਪ੍ਰਾਪਤ ਹੋਣਾ। ਸਾਰੇ ਦੇਸ਼ਾਂ ਦੇ ਜਿਹੜੇ ਰਾਜਦੂਤ ਨੇ ਇੱਕ ਦੂਜੇ ਦੇਸ਼ ਵਿੱਚ ਗਏ ਹੋਏ ਨੇ ਤੇ ਉੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਪ੍ਰਾਪਤ ਹੁੰਦੀ ਹੈ। ਮੰਨ ਲਓ ਉਹਨਾਂ ਦੋਵਾਂ ਦੇਸ਼ਾਂ 'ਚ ਆਪਸ 'ਚ ਲੜਾਈ ਹੋ ਜਾਂਦੀ ਹੈ। ਮੰਨ ਲਓ ਭਾਰਤ ਦੇ ਰਾਜਦੂਤ ਪਾਕਿਸਤਾਨ 'ਚ ਨੇ ਤੇ ਪਾਕਿਸਤਾਨ ਦੇ ਭਾਰਤ 'ਚ ਨੇ। ਜੇਕਰ ਇਹਨਾਂ ਦੋਵਾਂ ਦੇਸ਼ਾਂ ਦੀ ਆਪਸੀ ਲੜਾਈ ਹੋ ਜਾਂਦੀ ਹੈ ਤੇ ਕੱਲ ਨੂੰ ਇਹਨਾਂ ਰਾਜਦੂਤਾਂ ਦੀ ਰੱਖਿਆ ਕਰਨਾ ਸਾਡੇ ਦੇਸ਼ ਦਾ ਫਰਜ਼ ਹੈ, ਪਾਕਿਸਤਾਨੀ ਰਾਜਦੂਤਾਂ ਦੀ ਰੱਖਿਆ ਕਰਨਾ, ਤੇ ਸਾਡੇ ਰਾਜਦੂਤਾਂ ਦੀ ਰੱਖਿਆ ਕਰਨਾ ਪਾਕਿਸਤਾਨ ਦਾ ਫਰਜ਼ ਹੈ। ਇਹਨਾਂ ਨੂੰ ਸਨਮਾਨ ਪੂਰਵਕ ਆਪਣੇ ਦੇਸ਼ ਨੂੰ ਸੌਂਪ ਦਿੱਤਾ ਜਾਂਦਾ, ਵਾਪਸ ਭੇਜ ਦਿੱਤਾ ਜਾਂਦਾ। ਉਹਨਾਂ ਤੇ ਰਾਜਦੂਤਾਂ ਤੇ ਦੇਸ਼ ਦੇ ਕਾਨੂੰਨ ਨਹੀਂ ਚੱਲਦੇ, ਸਗੋਂ ਉਹਨਾਂ ਦੇ ਦੇਸ਼ਾਂ ਅਨੁਸਾਰ ਕਾਨੂੰਨ ਦੇ ਅਧੀਨ ਨੂੰ ਪਾਲਣਾ ਕਰਦੇ ਨੇ। ਸੋ ਰਾਜਦੂਤ ਵੀ ਵਿਦੇਸ਼ੀ ਹੁੰਦੇ ਨੇ ਤੇ ਉਹ ਇੱਥੇ ਆਪਣੇ ਇੱਕ ਹਿਸਾਬ ਨਾਲ ਨੌਕਰੀ ਕਰਦੇ ਨੇ, ਸਰਵਿਸ ਕਰਦੇ ਨੇ, ਆਪਣੇ ਵਫਾਦਾਰ ਆਪਣੇ ਦੇਸ਼ ਪ੍ਰਤੀ ਰਹਿੰਦੇ ਨੇ, ਤੇ ਉਹ ਕੇਵਲ ਸਰਵਿਸ ਪ੍ਰੋਵਾਈਡ ਕਰਨ ਲਈ ਇੱਕ ਦੂਜੇ ਦੇਸ਼ਾਂ ਵਿੱਚ ਗਏ ਹੁੰਦੇ ਨੇ। ਨਾਗਰਿਕਤਾ ਦੇ ਸੰਬੰਧ 'ਚ ਇੱਕ ਐਕਟ ਬਣਿਆ ਪਿਛਲੇ ਸਾਲ 2019 'ਚ, ਉਹਦਾ ਨਾਮ ਹੈ CAA, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019। ਲੋਕ ਸਭਾ 'ਚ ਪਾਸ ਹੋਇਆ, ਰਾਜ ਸਭਾ 'ਚ ਪਾਸ ਹੋਇਆ, ਰਾਸ਼ਟਰਪਤੀ ਨੇ ਸਾਈਨ ਕਰ ਦਿੱਤੇ ਤੇ ਇਹ ਐਕਟ ਬਣ ਗਿਆ। ਇਸ ਐਕਟ ਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ਬਹੁਤ ਜ਼ਿਆਦਾ ਵਾਵ ਰੌਲਾ ਹੋਇਆ ਤੇ ਆਮ ਜਿਹੜੇ ਜਨਤਾ ਸੀਗੀ ਉਹ ਪ੍ਰਭਾਵਿਤ ਹੋ ਗਈ। ਅਸਲ 'ਚ ਇਸ ਐਕਟ ਵਿੱਚ ਇਹ ਕਿਹਾ ਗਿਆ ਸੀਗਾ ਵੀ 2014 ਤੋਂ ਪਹਿਲਾਂ ਰਹਿ ਰਹੇ ਭਾਰਤੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਸੀਗੀ, ਪਰ ਉਹਦੇ 'ਚ ਇੱਕ ਇਹ ਕਲੌਜ਼ ਸੀਗਾ ਵੀ ਜੇਕਰ ਸਿੱਖ ਨੇ, ਹਿੰਦੂ ਨੇ, ਬੋਧੀ ਨੇ, ਪਾਰਸੀ ਨੇ, ਉਹਨਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਆ ਉਹ ਦਿੱਤੀ ਜਾਏਗੀ, ਬਾਕੀਆਂ ਬਾਰੇ ਸੋਚਿਆ ਜਾਏਗਾ। ਸੋ ਕਿਉਂਕਿ ਮੁਸਲਿਮ ਦਾ ਨਾਮ ਵਿੱਚ ਸ਼ਾਮਲ ਨਹੀਂ ਆਇਆ, ਜਿਸ ਕਰਕੇ
ਇਹਦੇ ਇਸ ਐਕਟ ਦੇ ਵਿਰੋਧ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਹੜਤਾਲਾਂ, ਦੰਗੇ ਫਸਾਦ, ਕਈ ਕੁਛ ਇਹਦੇ ਵਿਰੋਧ 'ਚ ਹੋਇਆ। ਸੋ CAA ਦੀ ਫੁੱਲ ਫਾਰਮ ਤੁਹਾਨੂੰ ਦੱਸਣਾ ਚਾਹਾਂ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019, 1955 ਦਾ ਇੱਕ ਐਕਟ ਸੀਗਾ, ਉਹਨੂੰ ਬਦਲ ਕੇ CAA 2019 ਲਿਆਂਦਾ ਗਿਆ। ਤੇ ਇਹਦੇ ਨਾਲ ਕਿਉਂਕਿ ਇਹ ਰਿਲੇਟਡ ਸੀਗਾ ਟੌਪਿਕ ਨਾਲ, ਤਾਂ ਤੁਹਾਡੇ ਨਾਲ ਗੱਲ ਕੀਤੀ ਹੈ। ਪਿਆਰੇ ਵਿਦਿਆਰਥੀਓ, ਇਸ ਟੌਪਿਕ ਦਾ ਇੱਕ ਅਹਿਮ ਹਿੱਸਾ, ਬਹੁਤ ਹੀ ਇੰਪੋਰਟੈਂਟ ਹਿੱਸਾ ਹੈਗਾ ਨਾਗਰਿਕਤਾ ਪ੍ਰਾਪਤ ਕਰਨ ਦੇ ਢੰਗ। ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਭਾਰਤ ਦੇ ਵਿਦੇਸ਼ਾਂ 'ਚ ਜਾ ਰਹੇ ਨੇ, ਕੋਈ ਆਈਲੈਟਸ ਕਰਕੇ, ਕੋਈ ਕੁਛ ਕਰਕੇ, ਕਿਸੇ ਨਾ ਕਿਸੇ ਢੰਗ ਨਾਲ ਲੋਕ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਚਲੇ ਜਾਈਏ। ਹੋ ਸਕਦਾ ਬੇਰੁਜ਼ਗਾਰੀ ਕਾਰਨ ਜਾਂ ਘਰੇਲੂ ਮਜਬੂਰੀਆਂ ਕਾਰਨ ਲੋਕ ਬਾਹਰ ਜਾਣਾ ਚਾਹੁੰਦੇ ਨੇ, ਪਰ ਬਾਹਰ ਜਾ ਕੇ ਫਿਰ ਸਭ ਤੋਂ ਔਖ ਆਉਂਦੀ ਆ, ਮੁਸ਼ਕਲ ਆਉਂਦੀ ਆ ਨਾਗਰਿਕਤਾ ਪ੍ਰਾਪਤ ਕਰਨ ਦੀ। ਆਪਾਂ ਅੱਜ ਦੱਸਾਂਗੇ ਵੀ ਨਾਗਰਿਕਤਾ ਪ੍ਰਾਪਤ ਕਰਨ ਦੇ ਕਿਹੜੇ-ਕਿਹੜੇ ਢੰਗ ਨੇ ਤੇ ਉਹ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲੀ ਗੱਲ ਹੈ ਲੰਬਾ ਨਿਵਾਸ। ਜਿੰਨਾ ਲੰਬਾ ਤੁਸੀਂ ਕਿਸੇ ਵਿਦੇਸ਼ 'ਚ ਰਹੋਗੇ, ਉਸੇ ਢੰਗ ਨਾਲ ਤੁਹਾਨੂੰ ਉਡੀ ਜਲਦੀ ਨਾਗਰਿਕਤਾ ਪ੍ਰਾਪਤ ਹੋ ਜਾਏਗੀ। ਕੁਝ ਦੇਸ਼ਾਂ ਦੀ ਮੈਂ ਗੱਲ ਕਰ ਰਿਹਾ, ਸਵਿਟਜ਼ਰਲੈਂਡ ਨੇ ਕਿਹਾ ਵੀ ਜੇਕਰ ਕੋਈ ਸਾਡੇ ਦੇਸ਼ ਵਿੱਚ 2 ਸਾਲ ਰਹਿੰਦਾ ਤੇ ਆਪਾਂ ਨਾਗਰਿਕਤਾ ਦੇ ਦਿੰਦੇ ਹਾਂ। ਇੰਡੀਆ ਦੇ ਵਿੱਚ 4 ਸਾਲ ਜੇਕਰ ਕਿਸੇ ਦੀ ਰਿਹਾਇਸ਼ ਹੋ ਜਾਂਦੀ ਹੈ, ਕਿਸੇ ਵਿਦੇਸ਼ੀ ਦੀ ਭਾਰਤ ਵਿੱਚ ਕਿਸੇ ਕੰਮ ਕਰਕੇ ਜਾਂ ਕਿਸੇ ਕਾਰਨ, ਤੇ ਉਹਨੂੰ ਉਸ ਭਾਰਤ ਦੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। USA, UK ਤੇ ਕੁਝ ਹੋਰ ਦੇਸ਼ ਨੇ ਜਿਹੜੇ ਉਹਨਾਂ ਨੇ 5 ਸਾਲ ਰੱਖੀ ਹੈ। 5 ਸਾਲ ਉਹਨਾਂ ਮਿਆਦ ਰੱਖੀ ਵੀ ਜੇਕਰ ਕੋਈ ਨਾਗਰਿਕ 5 ਸਾਲ ਰਹਿੰਦਾ ਵਾ ਤੇ ਆਪਾਂ ਨਾਗਰਿਕਤਾ ਦੇ ਦਾਂਗੇ। ਫਰਾਂਸ ਨੇ ਇਹ ਮਿਆਦ 10 ਸਾਲ ਰੱਖੀ ਆ। ਕੋਈ ਵਿਦੇਸ਼ੀ 10 ਸਾਲ ਆ ਕੇ ਫਰਾਂਸ 'ਚ ਰਹੇਗਾ, ਫਿਰ ਨਾਗਰਿਕਤਾ ਬਾਰੇ ਸੋਚਿਆ ਜਾਏਗਾ। ਇਹ ਜ਼ਰੂਰੀ ਨਹੀਂ ਵੀ ਇੰਨੇ ਸਾਲ ਪੂਰੇ ਹੁੰਦਿਆਂ ਸਾਰ ਹੀ ਨਾਗਰਿਕਤਾ, ਫਿਰ ਵੀ ਕਈ ਸ਼ਰਤਾਂ, ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਇਹ ਦੇਸ਼ ਨੇ ਜਿਹੜੀ ਨਾਗਰਿਕਤਾ ਦਿੰਦੇ ਨੇ। ਸੋ ਲੰਬਾ ਨਿਵਾਸ ਨਾਗਰਿਕਤਾ ਪ੍ਰਾਪਤ ਕਰਨ ਦਾ ਇੱਕ ਪਹਿਲਾ ਢੰਗ ਹੈ। ਸੋ ਦੂਜਾ ਢੰਗ ਜਿਹੜਾ ਵਾ ਉਹ ਹੈਗਾ ਵਾ ਵਿਆਹ। ਜੇਕਰ ਕਿਸੇ ਵਿਅਕਤੀ ਦਾ ਦੂਜੇ ਦੇਸ਼ ਦੀ ਕਿਸੇ ਔਰਤ ਨਾਲ ਵਿਆਹ ਹੋ ਜਾਂਦਾ, ਔਰਤ ਦਾ ਕਿਸੇ ਦੂਜੇ ਦੇਸ਼ ਦੇ ਵਿਅਕਤੀ ਨਾਲ ਵਿਆਹ ਹੋ ਜਾਂਦਾ ਤੇ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਬਹੁਤ ਸਾਰੇ, ਜਿੱਦਾਂ ਇੰਗਲੈਂਡ ਹੈ, ਇੰਗਲੈਂਡ ਦਾ ਕੋਈ ਵਿਅਕਤੀ ਇੰਡੀਅਨ ਲੇਡੀ ਨਾਲ ਵਿਆਹ ਕਰ ਲੇਗਾ ਤੇ ਉਸ ਲੇਡੀ ਨੂੰ ਕੁਦਰਤੀ ਤੌਰ ਤੇ ਉਸ ਵਿਅਕਤੀ ਵਾਲੀ, ਇੰਗਲੈਂਡ ਦੇ ਵਿਅਕਤੀ ਵਾਲੀ ਨਾਗਰਿਕਤਾ ਪ੍ਰਾਪਤ ਹੋ ਜਾਏਗੀ। ਕਈ ਦੇਸ਼ਾਂ 'ਚ ਉਲਟ ਵੀ ਹੈਗਾ, ਜਿਵੇਂ ਕੈਨੇਡਾ ਹੈ, ਜਾਪਾਨ ਹੈ। ਜੇਕਰ ਤੁਸੀਂ ਕਿਸੇ ਕੈਨੇਡਾ ਦੀ ਇਸਤਰੀ ਨਾਲ ਵਿਆਹ ਕਰਦੇ ਹੋ ਤੇ ਤੁਹਾਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਜਾਏਗੀ। ਭਾਰਤ ਤੇ ਭਾਰਤੀ ਕਾਨੂੰਨ ਅਨੁਸਾਰ ਉਸ ਇਸਤਰੀ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਏਗੀ। ਸੋ ਕਈ ਵਾਰ ਇਸਤਰੀ ਦੇ ਨਾਲ ਵਿਆਹ ਕਰਨ ਨਾਲ ਇਸਤਰੀ ਵਾਲੀ ਨਾਗਰਿਕਤਾ ਵੀ ਮਿਲ ਜਾਂਦੀ ਹੈ, ਬਹੁਤੀ ਵਾਰ ਉਹ ਖੁੱਸ ਜਾਂਦੀ ਹੈ। ਪਰ ਕੈਨੇਡਾ ਤੇ ਜਾਪਾਨ 'ਚ ਇਹੋ ਜਿਹਾ ਰੂਲ ਹੈ ਕਿ ਜੇਕਰ ਉੱਥੋਂ ਦੀ ਔਰਤ ਨਾਲ ਵਿਆਹ ਕੋਈ ਹੋਰ ਵਿਦੇਸ਼ੀ ਕਰੇਗਾ ਤੇ ਉਹਨੂੰ ਵੀ ਨਾਗਰਿਕਤਾ ਉਸ ਦੇਸ਼ ਦੀ ਪ੍ਰਾਪਤ ਹੋ ਜਾਏਗੀ। ਅਗਲੀ ਗੱਲ, ਸਰਕਾਰੀ ਨੌਕਰੀ ਦੁਆਰਾ। ਕਿਸੇ ਦੇਸ਼ ਵਿੱਚ ਜਾ ਕੇ ਤੁਸੀਂ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦੇ ਹੋ ਤੇ ਤੁਹਾਨੂੰ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਤੁਸੀਂ ਦੇਖਿਆ ਹੋਣਾ, ਆਮ ਅਸੀਂ ਜਦੋਂ ਨੌਕਰੀ ਵਾਸਤੇ ਤੁਸੀਂ ਕਦੇ ਵੀ ਅਪਲਾਈ ਕਰੋ ਤੇ ਇੱਕ ਕਾਲਮ ਆਉਂਦਾ ਲਿਖਿਆ ਸਿਟੀਜ਼ਨਸ਼ਿਪ ਜਾਂ ਨਾਗਰਿਕਤਾ, ਭਾਵ ਤੁਸੀਂ ਕਿੱਥੋਂ ਦੇ ਨਾਗਰਿਕ ਹੋ। ਭਾਰਤ ਜਿਹੜਾ ਹੈ 100% ਭਾਰਤੀ ਲੋਕਾਂ ਨੂੰ ਹੀ ਨੌਕਰੀ ਦਿੰਦਾ, ਪਰ ਕਈ ਦੇਸ਼ਾਂ ਵਿੱਚ ਇਹ ਵੀ ਹੈਗਾ ਵੀ ਨੌਕਰੀ ਦੇ ਕੇ ਜਦੋਂ ਕੋਈ ਸਰਕਾਰੀ ਨੌਕਰੀ ਪ੍ਰਾਪਤ ਕਰ ਲੈਂਦਾ ਤੇ ਉਹਨੂੰ ਉਹ ਨਾਗਰਿਕਤਾ ਪ੍ਰਦਾਨ ਕਰ ਦਿੰਦੇ ਨੇ। ਨਾਗਰਿਕਤਾ ਪ੍ਰਾਪਤ ਕਰਨ ਦਾ ਅਗਲਾ ਢੰਗ ਹੈਗਾ ਜੀ ਉੱਘੇ ਵਿਅਕਤੀਆਂ ਨੂੰ। ਉੱਘੇ ਵਿਅਕਤੀ ਮਤਲਬ ਕੋਈ ਵਿਅਕਤੀ ਕਲਾ ਦੇ, ਸਾਹਿਤ ਦੇ, ਖੇਡਾਂ ਦੇ ਖੇਤਰ ਵਿੱਚ ਬਹੁਤ ਮਹਾਨ ਹੋਏ ਤੇ ਬਹੁਤ ਸਾਰੇ ਦੇਸ਼ ਉਹਨੂੰ ਵੈਲਕਮ ਕਰਦੇ ਨੇ ਵੀ ਤੁਸੀਂ ਆਓ ਤੇ ਸਾਡੇ ਦੇਸ਼ ਦੇ ਨਾਗਰਿਕ ਬਣ ਜਾਓ। ਸੋ ਉੱਘੇ ਵਿਅਕਤੀਆਂ ਨੂੰ, ਵਿਦਵਾਨ ਵਿਅਕਤੀਆਂ ਨੂੰ ਦੂਜੇ ਦੇਸ਼ਾਂ 'ਚ ਨਾਗਰਿਕਤਾ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈਗਾ ਜਾਇਦਾਦ ਖਰੀਦਣ ਨਾਲ। ਦੂਜੇ ਦੇਸ਼ਾਂ 'ਚ ਜਾਇਦਾਦ ਪ੍ਰਾਪਤ ਕਰਨ ਨਾਲ ਵੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਜਾਇਦਾਦ ਖਰੀਦਣ ਨਾਲ ਤੁਸੀਂ ਮੰਨ ਲਓ 10, 20, 50 ਕਿੱਲੇ ਜਾਇਦਾਦ ਖਰੀਦ ਲਈ, ਕੋਈ ਫੈਕਟਰੀਆਂ ਖਰੀਦ ਲਈਆਂ। ਬ੍ਰਾਜ਼ੀਲ ਅਜਿਹਾ ਦੇਸ਼ ਹੈ ਜਿਹਦੇ 'ਚ ਤੁਸੀਂ ਜਾਇਦਾਦ ਪ੍ਰਾਪਤ ਕਰੋ, ਖਰੀਦੋ ਤੇ ਤੁਹਾਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ, ਕਿਉਂਕਿ ਇਹ ਸਮਝਿਆ ਜਾਂਦਾ ਵੀ ਤੁਸੀਂ ਜਾਇਦਾਦ ਖਰੀਦ ਲਈ ਹੈ ਤੇ ਦੇਸ਼ ਪ੍ਰਤੀ ਵਫਾਦਾਰ ਰਹੋਗੇ। ਨੈਕਸਟ ਹੈਗਾ ਜਿੱਤ ਪ੍ਰਾਪਤ ਕਰਨ ਨਾਲ। ਜੇਕਰ ਕੋਈ ਦੇਸ਼ ਕਿਸੇ ਦੂਜੇ ਦੇਸ਼ ਨੂੰ ਜਿੱਤ ਲੈਂਦਾ, ਜਿੱਤਿਆ ਹੋਇਆ ਦੇਸ਼ ਹਾਰੇ ਹੋਏ ਦੇਸ਼ ਦੇ ਸਾਰੇ ਨਾਗਰਿਕਾਂ ਦਾ ਮਾਲਕ ਬਣ ਜਾਂਦਾ ਤੇ ਉਹ ਜਿਹੜਾ ਹਾਰਿਆ ਦੇਸ਼ ਹੈ ਉਹਨਾਂ ਨੂੰ ਸਾਰਿਆਂ ਨੂੰ ਜਿੱਤੇ ਹੋਏ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਨੈਕਸਟ ਹੈਗਾ ਸ਼ਰਨ ਪ੍ਰਾਪਤ ਕਰਨ ਨਾਲ। ਸ਼ਰਨ ਪ੍ਰਾਪਤ ਕਰਨਾ ਮਤਲਬ ਹੈ ਅਸਾਇਲਮ। ਕਈ ਲੋਕ ਜਿਹੜੇ ਨੇ ਦੂਜੇ ਦੇਸ਼ਾਂ 'ਚ ਜਾ ਕੇ ਇਹ ਬੇਨਤੀ ਕਰਦੇ ਨੇ ਵੀ ਮੇਰੀ ਜਾਨ ਨੂੰ ਮੇਰੇ ਦੇਸ਼ ਵਿੱਚ ਖਤਰਾ ਹੈ, ਮੈਂ ਉੱਥੇ ਸੁਰੱਖਿਅਤ ਨਹੀਂ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਦੇਸ਼ ਵਿੱਚ ਸ਼ਰਨ ਦਿੱਤੀ ਜਾਏ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਅਸਾਇਲਮ ਇਹਨੂੰ ਕਹਿੰਦੇ ਨੇ। ਸੋ
ਬਹੁਤ ਵਾਰ ਵਿਦੇਸ਼ੀ ਜਿਹੜੇ ਨੇ ਕਈ ਦੇਸ਼ਾਂ ਦੇ ਵਿੱਚ ਇੰਗਲੈਂਡ ਅਮਰੀਕਾ 'ਚ ਇਹੋ ਜਿਹੇ ਕਾਨੂੰਨ ਹੈਗੇ ਨੇ ਵੀ ਸ਼ਰਨ ਆਏ ਵਿਅਕਤੀ ਨੂੰ ਵੀ ਨਾਗਰਿਕਤਾ ਦੇ ਦਿੰਦੇ ਨੇ। ਸੋ ਸ਼ਰਨ ਪ੍ਰਾਪਤ ਕਰਨ ਨਾਲ ਵੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ। ਲਾਸਟਲੀ ਪ੍ਰਾਰਥਨਾ ਪੱਤਰ ਦੇਣ ਨਾਲ ਕੋਈ ਲੋਕ ਐਪਲੀਕੇਸ਼ਨ ਦੇ ਕੇ ਸਰਕਾਰ ਨੂੰ ਬੇਨਤੀ ਕਰਕੇ ਨਾਗਰਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਬਹੁਤ ਵਾਰ ਇਹ ਰਿਕੁਐਸਟ ਮੰਨੀ ਵੀ ਜਾਂਦੀ ਹੈ, ਮਿਲ ਵੀ ਜਾਂਦੀ ਹੈ। ਸੋ ਨਾਗਰਿਕਤਾ ਪ੍ਰਾਪਤ ਕਰਨ ਦੇ ਢੰਗ ਆਪਾਂ ਸਿੱਖ ਲਏ। ਕਿਹੜੇ ਢੰਗਾਂ ਨਾਲ ਨਾਗਰਿਕਤਾ ਖੁੱਸ ਵੀ ਸਕਦੀ ਹੈ, ਤੁਹਾਡੇ ਕੋਲ ਖੋਈ ਵੀ ਜਾ ਸਕਦੀ ਹੈ ਜਾਂ ਖਤਮ ਹੋ ਜਾਂਦੀ ਹੈ। ਐਕਚੁਅਲੀ ਜਿਹੜੇ ਢੰਗ ਆਪਾਂ ਪ੍ਰਾਪਤ ਕਰਨ ਦੇ ਦੱਸੇ ਨੇ ਉਹਦੇ ਬਿਲਕੁਲ ਉਲਟ ਜੇ ਚਲੇ ਜਾਈਏ ਤੇ ਸਾਰੇ ਖੁੱਸਣ ਦੇ ਢੰਗ ਨੇ। ਸਭ ਤੋਂ ਪਹਿਲਾਂ ਹੈਗਾ ਲਗਾਤਾਰ ਗੈਰ-ਹਾਜ਼ਰੀ। ਤੁਸੀਂ ਕਿਸੇ ਦੂਜੇ ਦੇਸ਼ 'ਚ ਜਾ ਕੇ ਰਹਿ ਰਹੇ ਹੋ ਤੇ ਆਪਣੇ ਦੇਸ਼ ਦੇ ਵਿੱਚੋਂ ਗੈਰ-ਹਾਜ਼ਰ ਹੋ ਤੇ ਕੁਦਰਤੀ ਤੌਰ ਤੇ ਤੁਹਾਡੀ ਆਟੋਮੈਟਿਕਲੀ ਆਪਣੇ ਦੇਸ਼ ਵਿੱਚੋਂ ਨਾਗਰਿਕਤਾ ਸਮਾਪਤ ਹੋ ਜਾਏਗੀ, ਖਤਮ ਹੋ ਜਾਏਗੀ, ਖੁੱਸ ਜਾਏਗੀ। ਦੂਜੀ ਗੱਲ, ਵਿਆਹ ਦੁਆਰਾ ਜੇਕਰ ਕਿਸੇ ਵਿਅਕਤੀ ਦਾ ਕਿਸੇ ਦੂਜੇ ਦੇਸ਼, ਜਿਵੇਂ ਆਪਾਂ ਗੱਲ ਕੀਤੀ ਸੀ ਪਹਿਲਾਂ ਕਿ ਵਿਆਹ ਦੁਆਰਾ ਵੀ ਇੰਗਲੈਂਡ ਦੀ ਔਰਤ ਹੈ, ਭਾਰਤ ਦਾ ਆਦਮੀ ਹੈ, ਜੇਕਰ ਇਹਨਾਂ ਦੋਵਾਂ ਦੀ ਮੈਰਿਜ ਹੋ ਜਾਂਦੀ ਹੈ ਤੇ ਇੰਗਲੈਂਡ ਦੀ ਔਰਤ ਦੀ ਆਪਣੀ ਨਾਗਰਿਕਤਾ ਖੁੱਸ ਜਾਏਗੀ, ਖਤਮ ਹੋ ਜਾਏਗੀ। ਉਹ ਭਾਰਤ ਦਾ ਔਰਤ ਜਿਹੜੀ ਭਾਰਤ ਦੀ ਨਾਗਰਿਕਤਾ ਉਹਨੂੰ ਪ੍ਰਾਪਤ ਹੋ ਜਾਏਗੀ। ਸੋ ਵਿਆਹ ਕਰਨ ਨਾਲ ਵੀ ਦੂਜੇ ਦੇਸ਼ ਦੀ ਨਾਗਰਿਕਤਾ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ ਤੇ ਆਪਣੇ ਦੇਸ਼ ਵਾਲੀ ਖੁੱਸ ਜਾਂਦੀ ਹੈ, ਸਮਾਪਤ ਹੋ ਜਾਂਦੀ ਹੈ। ਨੈਕਸਟ ਹੈਗਾ ਗੋਦ ਲੈਣ ਨਾਲ। ਗੋਦ ਲੈਣ ਨਾਲ ਗੱਲ ਆਪਾਂ ਉਧਰ ਨਹੀਂ ਕਰ ਪਾਏ ਸੀ। ਜੇਕਰ ਕੋਈ ਵਿਦੇਸ਼ੀ ਜੋੜਾ ਕਿਸੇ ਦੂਜੇ ਦੇਸ਼ ਦੇ ਬੱਚੇ ਨੂੰ ਗੋਦ ਲੈ ਲੈਂਦਾ, ਉਸ ਗੋਦ ਲਈ ਕਾਨੂੰਨੀ ਢੰਗ ਨਾਲ ਉਸ ਗੋਦ ਲਏ ਬੱਚੇ ਦੀ ਨਾਗਰਿਕਤਾ ਉਹ ਵਿਦੇਸ਼ੀ ਜੋੜੇ ਵਾਲੀ ਪ੍ਰਾਪਤ ਹੋ ਜਾਂਦੀ ਹੈ ਤੇ ਉਸ ਬੱਚੇ ਦੀ ਜਿਸ ਦੇਸ਼ ਵਿੱਚ ਉਹਦਾ ਜਨਮ ਹੋਇਆ ਉਥੋਂ ਉਹਦੀ ਨਾਗਰਿਕਤਾ ਸਮਾਪਤ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਗੋਦ ਲੈਣ ਨਾਲ ਉਸ ਤੋਂ ਬਾਅਦ ਹਾਰ ਜਾਣ ਨਾਲ, ਜਿਵੇਂ ਆਪਾਂ ਗੱਲ ਕੀਤੀ ਜਿੱਤਣ ਨਾਲ, ਇਸੇ ਤਰ੍ਹਾਂ ਆ ਗਿਆ ਖੁਸਨੀ ਕਿਹਦੇ ਨਾਲ, ਹਾਰ ਨਾਲ। ਜਿਹੜੇ ਦੇਸ਼ ਕਿਸੇ ਦੂਜੇ ਦੇਸ਼ ਅੱਗੇ ਹਾਰ ਜਾਏ, ਹਾਰੇ ਹੋਏ ਦੇਸ਼ ਦੇ ਨਾਗਰਿਕਾਂ ਨੂੰ ਦੂਜੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਤੇ ਆਪਣੇ ਦੇਸ਼ ਦੇ ਨਾਗਰਿਕ ਫਿਰ ਉਹ ਰਹਿੰਦੇ ਨਹੀਂ, ਉਹਨਾਂ ਦੇ ਆਪਣੇ ਦੇਸ਼ ਵਾਲੀ ਨਾਗਰਿਕਤਾ ਖੁੱਸ ਜਾਂਦੀ ਹੈ। ਨੈਕਸਟ ਹੈਗਾ ਸਵੈ ਤਿਆਗ। ਆਪਣੇ ਆਪ ਲੋਕ ਤਿਆਗ ਦਿੰਦੇ ਨੇ ਆਪਣੀ ਨਾਗਰਿਕਤਾ, ਐਪਲੀਕੇਸ਼ਨ ਦੇ ਕੇ ਵੀ ਮੈਂ ਦੂਜੇ ਦੇਸ਼ 'ਚ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦਾ ਹਾਂ ਤੇ ਆਪਣੇ ਦੇਸ਼ ਦੀ ਨਾਗਰਿਕਤਾ ਛੱਡਣਾ ਚਾਹੁੰਦਾ, ਸਵੈ ਤਿਆਗ। ਦੋਹਰੀ ਨਾਗਰਿਕਤਾ, ਜਿਵੇਂ ਆਪਾਂ ਸ਼ੁਰੂ 'ਚ ਦੱਸਿਆ ਸੀਗਾ ਵੀ ਜਦੋਂ ਕਿਸੇ ਨੂੰ ਦੋਹਰੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਤੇ ਉਹਨੂੰ ਇੱਕ ਨਾਗਰਿਕਤਾ ਛੱਡਣੀ ਪੈਂਦੀ ਹੈ, ਅਪਲਾਈ ਕਰਕੇ ਉਹਨੂੰ ਛੱਡਣਾ ਪੈਂਦਾ ਕਿ ਮੈਂ ਇਸ ਦੇਸ਼ ਦੀ ਨਾਗਰਿਕਤਾ ਰੱਖ ਲਈ ਹੈ ਤੇ ਆਪਣੇ ਦੇਸ਼ ਦੀ ਨਾਗਰਿਕਤਾ ਜਾਂ ਦੂਜੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ। ਨੈਕਸਟ ਹੈਗਾ ਪ੍ਰਵਾਸ ਕਰਨ ਨਾਲ। ਪ੍ਰਵਾਸ ਕਰਨਾ ਮਤਲਬ ਹੈ ਇਮੀਗ੍ਰੇਸ਼ਨ ਕਰਨਾ, ਦੂਜੇ ਦੇਸ਼ 'ਚ ਚਲੇ ਜਾਣਾ। ਕਈ ਅਜਿਹੇ ਦੇਸ਼ ਨੇ ਜਿਹੜੇ ਨਾਗਰਿਕਾਂ ਨੂੰ ਉਸ ਢੰਗ ਨਾਲ ਖੜਦੇ ਨੇ ਵੀ ਤੁਸੀਂ ਇੱਥੋਂ ਜਦੋਂ ਚੱਲੋਗੇ ਤੇ ਤੁਹਾਨੂੰ ਜਾਂਦਿਆਂ ਸਾਰੀ PR ਪ੍ਰਾਪਤ ਹੋ ਜਾਏਗੀ, ਪਰਮਾਨੈਂਟ ਰੈਜ਼ੀਡੈਂਸ ਤੁਸੀਂ ਬਣ ਜਾਓਗੇ। ਸੋ ਪ੍ਰਵਾਸ ਕਰਨ ਅਜਿਹਾ ਇਮੀਗ੍ਰੇਸ਼ਨ ਜਿਹੜੀ ਹੈ ਉਹਦੇ ਨਾਲ ਦੂਜੇ ਦੇਸ਼ ਦੀ ਨਾਗਰਿਕਤਾ ਜਿਹੜੀ ਹੈ ਬੜੇ ਆਸਾਨੀ ਨਾਲ ਮਿਲ ਜਾਂਦੀ ਹੈ। ਲਾਸਟ ਹੈਗਾ ਸਨਮਾਨ ਪ੍ਰਾਪਤ ਕਰਨ ਨਾਲ। ਜੇਕਰ ਕੋਈ ਦੇਸ਼ ਦਾ ਨਾਗਰਿਕ ਕਿਸੇ ਦੂਜੇ ਦੇਸ਼ ਕੋਲੋਂ ਬਿਨਾਂ ਦੇਸ਼ ਨੂੰ ਸੂਚਨਾ ਦਿੱਤਿਆਂ ਕੋਈ ਅਜਿਹਾ ਸਨਮਾਨ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ, ਜਿਹੜਾ ਉਹ ਕੇਵਲ ਆਪਣੇ ਵਫਾਦਾਰ ਨਾਗਰਿਕਾਂ ਨੂੰ ਦਿੰਦਾ ਤੇ ਉਸ ਨਾਗਰਿਕ ਦੀ ਨਾਗਰਿਕਤਾ ਖੋਈ ਜਾ ਸਕਦੀ ਹੈ ਕਿਉਂਕਿ ਉਹਨੇ ਵਿਦੇਸ਼ੀ ਤੋਂ ਇਹ ਜਿਹੜਾ ਸਨਮਾਨ ਹੈ ਪ੍ਰਾਪਤ ਕੀਤਾ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 18 ਚ ਕਿਹਾ ਵੀ ਤੁਸੀਂ ਵਿਦੇਸ਼ੀਆਂ ਕੋਲੋਂ ਅਧਿਕਾਰ ਪ੍ਰਾਪਤ ਨਹੀਂ ਕਰ ਸਨਮਾਨ ਪ੍ਰਾਪਤ ਨਹੀਂ ਕਰ ਸਕਦੇ। ਹਾਂ, ਸਰਕਾਰ ਨੂੰ ਸੂਚਨਾ ਦੇ ਕੇ ਕਿਸੇ ਵੀ ਦੇਸ਼ ਕੋਲੋਂ ਜਿਹੜਾ ਸਨਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ। ਸੋ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ ਸੀ। ਇਹ ਨਾਗਰਿਕ ਤੇ ਨਾਗਰਿਕਤਾ ਚੈਪਟਰ ਦਾ ਪਹਿਲਾ ਭਾਗ ਸੀ। ਦੂਜਾ ਭਾਗ ਆਪਾਂ +1 ਦੇ ਵਿਦਿਆਰਥੀਆਂ ਲਈ ਬਹੁਤ ਜਲਦੀ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤੇ ਇਹਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਉਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।